हाँ जी मेरे प्यारे विद्यार्थियों, ਅੱਜ ਆਪਾਂ ਅਗਲਾ ਚੈਪਟਰ ਕਰਾਂਗੇ ਪਲੱਸ 2 ਕਲਾਸ ਦਾ ਸੂਲੀ ਉੱਤੇ ਲਟਕੇ ਪਲ। ਸੂਲੀ ਉੱਤੇ ਲਟਕੇ ਪਲ ਤੁਹਾਨੂੰ ਚੈਪਟਰ ਪਹਿਲਾਂ ਪੜ੍ਹਾ ਚੁੱਕੇ ਹਾਂ ਤੇ ਉਸ ਦੇ ਅੱਜ ਆਪਾਂ ਸ਼ਾਰਟ ਕੁਐਸਚਨ ਤੇ ਥੋੜੇ ਜਿਹੇ ਆਪਣੇ ਲੌਂਗ ਕੁਐਸਚਨ ਦੀ ਚਰਚਾ ਕਰਾਂਗੇ, ਜਿਨ੍ਹਾਂ ਨੂੰ ਆਬਜੈਕਟਿਵ ਤੇ ਸਬਜੈਕਟਿਵ ਟਾਈਪ ਤੁਸੀਂ ਕੁਐਸਚਨ ਕਹਿ ਸਕਦੇ ਹੋ। ਤੇ ਇਸ ਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਸਭ ਤੋਂ ਪਹਿਲਾਂ ਸ਼ਾਰਟ ਕੁਐਸਚਨ ਦੀ। ਸ਼ਾਰਟ ਕੁਐਸਚਨ ਦੇ ਵਿੱਚ ਸਭ ਤੋਂ ਪਹਿਲਾ ਕੁਐਸਚਨ ਜੋ ਬਣਦਾ ਹੈ ਉਹ ਹੈ ਸੂਲੀ ਉੱਤੇ ਲਟਕੇ ਪਲ ਕਿਸ ਦੀ ਰਚਨਾ ਹੈ? ਤਾਂ ਆਨਸਰ ਆਉਂਦਾ ਹੈਗਾ ਅਜੀਤ ਕੌਰ ਦੀ। ਅਗਲਾ ਹੈ ਸੂਲੀ ਉੱਤੇ ਲਟਕੇ ਪਲ ਦਾ ਮੁੱਖ ਪਾਤਰ ਕੌਣ ਹੈ? ਤਾਂ ਇਸ ਦਾ ਮੁੱਖ ਪਾਤਰ ਹੈ ਕਰੁਣਾ, ਕਿਉਂਕਿ ਕਰੁਣਾ ਦੇ ਦੁਆਲੇ ਸਾਰੀ ਸਟੋਰੀ ਜਿਹੜੀ ਹੈਗੀ ਘੁੰਮਦੀ ਹੈ। ਉਸਦੇ ਡਿਵੋਰਸ ਦੀ ਗੱਲ ਚੱਲਦੀ ਹੈ, ਉਸਦੀ ਜਿਹੜੀ ਬੇਟੀ ਹੈ ਉਸਨੂੰ ਅੱਗੇ ਪਤੀ ਕੋਲ ਜਾਣਾ ਹੈ ਜਾਂ ਫਿਰ ਉਸਦੀ ਆਪਣੀ ਮਾਂ ਕੋਲ ਹੀ ਰਹਿਣਾ ਹੈ। ਤਾਂ ਉਹ ਜਿਹੜਾ ਹੈਗਾ ਕਿ ਇਸ ਦੀ ਗੱਲ ਜਿਹੜੀ ਹੈਗੀ ਸਾਰੀ ਇਹਦੇ ਕਰੁਣਾ ਦੇ ਇਰਦ ਗਿਰਦ ਘੁੰਮਦੀ ਹੈ। ਅੱਗੇ ਹੈ ਕਰੁਣਾ ਦੀ ਬੇਟੀ, ਉਸਦਾ ਨਾਮ ਕੀ ਹੈ? ਕਰੁਣਾ ਦੀ ਬੇਟੀ ਦਾ ਨਾਮ ਹੈ ਲੀਨੂ। ਅਗਲਾ ਕੁਐਸਚਨ ਹੈ ਕਰੁਣਾ ਦੇ ਪਤੀ ਦਾ ਨਾਮ ਕੀ ਹੈ? ਤੇ ਕਰੁਣਾ ਦੇ ਪਤੀ ਦਾ ਨਾਮ ਆਨੰਦ ਹੈ। ਅਗਲਾ ਹੈ ਕਰੁਣਾ ਦੀ ਜਿਹੜੀ ਕਰੁਣਾ ਕਹਾਣੀ ਦੀ ਸ਼ੁਰੂਆਤ ਹੈ ਸੂਲੀ ਉੱਤੇ ਲਟਕੇ ਪਲ, ਜਿਸ ਦੀ ਕਰੁਣਾ ਜਿਹੜੀ ਹੈਗੀ ਮੁੱਖ ਪਾਤਰ ਹੈ, ਤਾਂ ਉਹ ਕਹਾਣੀ ਕਿਸ ਦਿਨ ਤੋਂ ਸ਼ੁਰੂ ਹੁੰਦੀ ਹੈ? ਤਾਂ ਉਸ ਕਹਾਣੀ ਦੀ ਸ਼ੁਰੂਆਤ ਦਾ ਦਿਨ ਹੈ ਐਤਵਾਰ। ਅਗਲਾ ਹੈ ਜਿਹੜੀ ਕਰੁਣਾ ਦੇ ਘਰ ਨੌਕਰਾਨੀ ਕੰਮ ਕਰਦੀ ਹੈ ਤਾਂ ਉਸ ਨੌਕਰਾਨੀ ਦਾ ਨਾਮ ਕੀ ਹੁੰਦਾ ਹੈ? ਕਟੋਰੀਆ। ਉਸ ਤੋਂ ਅਗਲਾ ਕੁਐਸਚਨ ਹੈ ਕਰੁਣਾ ਦੀ ਬੇਟੀ ਦੇ ਰਿਸ਼ਤੇ ਦੀ ਗੱਲ ਕੌਣ ਕਰਦਾ ਹੈ? ਤਾਂ ਇੱਕ ਉਹਨਾਂ ਦੇ ਘਰੇ ਫਰੈਂਡ ਆਉਂਦੀ ਹੁੰਦੀ ਹੈ ਜਿਹੜੀ ਉਹ ਕਹਿੰਦੀ ਹੁੰਦੀ ਹੈ ਕਿ ਮੈਂ ਤੇਰੀ ਬੇਟੀ ਥੋੜੀ ਵੱਡੀ ਹੁੰਦੀ ਤਾਂ ਮੈਂ ਆਪਣੇ ਬੱਚੇ ਨਾਲ ਇਸਦਾ ਬੇਟੇ ਨਾਲ ਰਿਸ਼ਤਾ ਕਰ ਦਿੰਦੀ। ਤਾਂ ਕਰੁਣਾ ਦੀ ਬੇਟੀ ਦੀ ਗੱਲ ਰਿਸ਼ਤੇ ਦੀ ਗੱਲ ਕੌਣ ਕਰਦੀ ਹੈ? ਮਿਸਿਸ ਦੀਵਾਨ। ਅੱਗੇ ਹੈ ਕਰੁਣਾ ਦੀ ਬੇਟੀ ਦਾ ਰਿਸ਼ਤਾ ਕਿਸ ਨਾਲ ਹੋਣਾ ਹੁੰਦਾ ਹੈ? ਤਾਂ ਮਿਸਿਸ ਦੀਵਾਨ ਦੇ ਬੇਟੇ ਲਲਿਤ ਨਾਲ। ਮਤਲਬ ਕਿਹਦੇ ਨਾਲ ਰਿਸ਼ਤਾ ਹੋਣਾ ਗੱਲ ਚੱਲਦੀ ਹੈ ਤਾਂ ਉਸ ਲੜਕੇ ਦਾ ਕੀ ਨਾਮ ਹੁੰਦਾ ਹੈ? ਲਲਿਤ। ਅੱਗੇ ਹੈ ਲਲਿਤ ਲੀਨੂ ਤੋਂ ਕਿੰਨਾ ਵੱਡਾ ਸੀ? ਤਾਂ ਉਹ ਘੱਟੋ ਘੱਟ 7-8 ਸਾਲ ਉਸ ਤੋਂ ਵੱਡਾ ਸੀ। ਲੀਨੂ ਨੇ ਕਿਸੇ ਤਰ੍ਹਾਂ ਦੇ ਕੱਪੜੇ ਪਾਏ ਹੋਏ ਸਨ? ਕਿਸ ਟਾਈਪ ਦੇ ਕੱਪੜੇ ਪਾਏ ਹੋਏ ਸਨ ਕਹਿ ਸਕਦੇ ਹਾਂ? ਤਾਂ ਉਸਨੇ ਪਾਇਆ ਸੀ ਕਾਲਾ ਸ਼ੀਸ਼ਿਆਂ ਵਾਲਾ ਸਕਰਟ ਅਤੇ ਪੀਲਾ ਬਲਾਊਜ਼ ਪਾਇਆ ਹੋਇਆ ਸੀ ਜਦੋਂ ਉਹ ਪਾਰਟੀ ਤੇ ਜਾਂਦੀਆਂ ਸੀਗੀਆਂ ਦੋਨੇ ਮਾਵਾਂ ਧੀਆਂ। ਅਗਲਾ ਹੈ ਲੀਨੂ ਨੇ ਸਵੇਰੇ ਕੀ ਖਾਧਾ ਸੀ? ਤਾਂ ਉਸਨੇ ਮੱਖਣ ਨਾਲ ਪਰੌਂਠੀ ਖਾਧੀ ਸੀ। ਅਗਲਾ ਕੁਐਸਚਨ ਬਣਦਾ ਹੈ ਲੀਨੂ ਨੇ ਦੁੱਧ ਦੇ ਕੱਪ ਵਿੱਚ ਕੀ ਪਾਇਆ ਸੀਗਾ? ਤਾਂ ਉਸਨੇ ਇੱਕ ਬੋਰਨਵੀਟਾ ਲਾਈਕ ਕੁਝ ਪਾਊਡਰ ਪਾਇਆ ਸੀ। ਅੱਗੇ ਹੈ ਕਰੁਣਾ ਤੇ ਲੀਨੂ ਕਿੱਥੇ ਗਈਆਂ ਸੀ? ਦੋਨੇ ਜਦੋਂ ਉਹਨਾਂ ਦਾ ਸੰਡੇ ਦਾ ਦਿਨ ਹੁੰਦਾ ਤਾਂ ਦੋਨੇ ਉਹ ਆਪਣੀਆਂ ਇਕੱਠੀਆਂ ਇੱਕ ਦੂਜੇ ਨਾਲ ਸਪੈਂਡ ਕਰਨਾ ਚਾਹੁੰਦੀਆਂ ਨੇ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਰੁਣਾ ਨੂੰ ਕਿ ਕੱਲ੍ਹ ਉਸਦੀ ਬੇਟੀ ਕਿਸ ਕੋਲ ਜਾਵੇਗੀ। ਤਾਂ ਉਹ ਅੱਜ ਦਾ ਪੂਰਾ ਦਿਨ ਆਪਣੀ ਬੇਟੀ ਨਾਲ ਬਿਤਾਉਣਾ ਚਾਹੁੰਦੀ ਹੈ। ਤਾਂ ਉਹ ਦੋਨੇ ਜਾਣੀਆਂ ਘੁੰਮਣ ਜਾਂਦੀਆਂ ਨੇ ਸਪਰੂ ਹਾਊਸ। ਤਾਂ ਯਾਦ ਰੱਖਿਓ ਕਿ ਕਿੱਥੇ ਉਹ ਘੁੰਮਣ ਜਾਂਦੀਆਂ ਨੇ, ਉਸਦਾ ਨਾਮ ਹੈ ਸਪਰੂ ਹਾਊਸ। ਅੱਗੇ ਹੈ ਫਿਲਮ ਦੇਖਣ ਤੋਂ ਬਾਅਦ ਉਹ ਕਿੱਥੇ ਗਈਆਂ ਸੀ? ਤਾਂ ਉਹ ਉਸ ਤੋਂ ਪਹਿਲਾਂ ਫਿਲਮ ਦੇਖਦੀਆਂ ਨੇ, ਫਿਲਮ ਦੇਖ ਕੇ ਉਸ ਤੋਂ ਬਾਅਦ ਉਹ ਜਿਹੜੀ ਜਗ੍ਹਾ ਤੇ ਜਾਂਦੀਆਂ ਨੇ ਉਸਦਾ ਨਾਮ ਹੈ ਕੁਈਨਜ਼ ਵੇ। ਅਗਲਾ ਹੈ ਕਰੁਣਾ ਨੇ ਕੁਈਨਜ਼ ਵੇ ਤੇ ਲੀਨੂ ਨੂੰ ਕੀ ਲੈ ਕੇ ਦਿੱਤਾ? ਤਾਂ ਉਸਨੇ ਜੈਪੁਰੀ ਮੋਤੀਆਂ ਵਾਲੀਆਂ ਚੂੜੀਆਂ ਅਤੇ ਕਹਾਣੀਆਂ ਦੀਆਂ ਕਿਤਾਬਾਂ ਲੈ ਕੇ ਦਿੱਤੀਆਂ। ਅੱਗੇ ਹੈ ਉਹਨਾਂ ਨੇ ਕੁਆਲਿਟੀ ਵਿੱਚ ਕੀ ਖਾਧਾ? ਕੁਆਲਿਟੀ ਇੱਕ ਏਰੀਆ ਸੀਗਾ ਜਿਵੇਂ ਦਾ ਕੈਫੇ ਹੁੰਦਾ ਗਾ ਉਸ ਤਰੀਕੇ ਦਾ, ਤਾਂ ਉੱਥੇ ਉਹ ਦੱਸਦੇ ਕਿ ਕੀ ਖਾਧਾ? ਤਾਂ ਉਹਨਾਂ ਨੇ ਡਬਲ ਸੰਡੇ ਅਤੇ ਕਰੁਣਾ ਨੇ ਕਾਫੀ ਲਈ ਸੀ। ਮਤਲਬ ਲੀਨੂ ਨੇ ਜਿਹੜਾ ਹੈਗਾ ਡਬਲ ਸੰਡੇ ਖਾਧਾ ਸੀ ਤੇ ਕਰੁਣਾ ਨੇ ਕੌਫੀ ਲਈ ਸੀ। ਅੱਗੇ ਅਖੀਰ ਦੋਨੇ ਮਾਵਾਂ ਧੀਆਂ ਜਦੋਂ ਘੁੰਮ ਰਹੀਆਂ ਹੁੰਦੀਆਂ ਨੇ ਤੇ ਉਹ ਲਾਸਟ ਟਾਈਮ ਤੋਂ ਕਿੱਥੇ ਰੁਕਦੀਆਂ ਹਨ? ਤਾਂ ਉਹ ਹੈ ਕਲੌਟ ਪੈਲੇਸ ਦੇ ਵਿੱਚ। ਅੱਗੇ ਹੈ ਲੀਨੂ ਕਿਸ ਨੂੰ ਮਿਲਣ ਜਾਂਦੀ ਹੈ? ਤਾਂ ਲੀਨੂ ਆਪਣੀ ਸਹੇਲੀ ਰਜਨੀ ਨੂੰ ਮਿਲਣ ਜਾਂਦੀ ਹੈ। ਤੇ ਇੱਥੇ ਕੁਐਸਚਨ ਇਹ ਵੀ ਬਣ ਸਕਦਾ ਹੈ ਕਿ ਲੀਨੂ ਦੀ ਜਿਹੜੀ ਸਹੇਲੀ ਹੈ ਉਸਦਾ ਨਾਮ ਕੀ ਹੈ? ਤਾਂ ਰਜਨੀ। ਜਾਂ ਫਿਰ ਲੀਨੂ ਕਿਸ ਨੂੰ ਮਿਲਣ ਜਾਂਦੀ ਹੈ ਅਖੀਰ ਦੇ ਵਿੱਚ? ਤਾਂ ਉਹ ਆਪਣੀ ਸਹੇਲੀ ਰਜਨੀ ਨੂੰ ਮਿਲਣ ਜਾਂਦੀ ਹੈ। ਕਰੁਣਾ ਨੂੰ ਕਿਸ ਤੋਂ ਚਿੜ ਸੀ? ਕੁਐਸਚਨ ਹੈ ਕਿ ਕਰੁਣਾ ਨੂੰ ਕਿਸ ਤੋਂ ਚਿੜ ਸੀ? ਇਹਦਾ ਆਨਸਰ ਹੈ ਝੂਠੇ ਦਿਖਾਵੇ ਤੇ ਹਮਦਰਦੀ ਤੋਂ। ਕਿਉਂਕਿ ਝੂਠੇ ਦਿਖਾਵੇ ਤੇ ਹਮਦਰਦੀ ਤੋਂ ਉਹਨੂੰ ਚਿੜ ਸੀ ਕਿਉਂਕਿ ਜਦੋਂ ਉਹ ਆਪਣੀ ਬੇਟੀ ਦੇ ਨਾਲ ਰਜਨੀ ਦੇ ਘਰ ਜਾਂਦੀ ਹੈ ਤਾਂ ਰਜਨੀ ਦੀ ਮਾਂ ਜੋ ਹੁੰਦੀ ਹੈ ਤਾਂ ਉਸਦੇ ਡਿਵੋਰਸ ਦੀ ਗੱਲ ਕਰਦੀ ਹੈ, ਤਾਂ ਦੁੱਖ ਪ੍ਰਗਟਾਵੇ ਦੀ ਗੱਲ ਕਰਦੀ ਹੈ। ਤਾਂ ਉਹ ਜਿਹੜਾ ਝੂਠਾ ਦਿਖਾਵਾ ਹੈ ਉਹ ਕਰੁਣਾ ਨੂੰ ਚੰਗਾ ਨਹੀਂ ਲੱਗਦਾ ਤੇ ਇਸੇ ਕਰਕੇ ਕੁਐਸਚਨ ਬਣਦਾ ਹੈ ਕਿ ਉਸਨੂੰ ਕਿਸ ਤੋਂ ਚਿੜ ਸੀ? ਤਾਂ ਉਹ ਸੀ ਝੂਠੇ ਦਿਖਾਵੇ ਤੇ ਝੂਠੀ ਹਮਦਰਦੀ ਤੋਂ।
ਅਗਲਾ ਪ੍ਰਸ਼ਨ ਹੈ, ਕਰੁਣਾ ਨੂੰ ਆਪਣੇ ਪਿਤਾ ਦੀ ਕਿਹੜੀ ਗੱਲ ਯਾਦ ਆਉਂਦੀ ਹੈ? ਤਾਂ ਉਸਨੂੰ ਆਪਣੇ ਪਿਤਾ ਦੀ ਗੱਲ ਯਾਦ ਆਉਂਦੀ ਹੈ ਕਿੱਕਰ ਦੀ ਦਾਤਣ ਮਰੋੜ ਕੇ ਤੋੜਨ ਦੀ। ਠੀਕ ਹੈ, ਤਾਂ ਅਗਲਾ ਕੁਐਸਚਨ ਬਣਦਾ ਹੈ, ਕਰੁਣਾ ਨੂੰ ਕਿਸ ਦਾ ਫੋਨ ਆਇਆ ਸੀ? ਉਸਦੀ ਸਹੇਲੀ ਤੋਸ਼ੀ ਦਾ। ਹੁਣ ਇਹ ਵੀ ਸਵਾਲ ਬਣ ਸਕਦਾ ਕਿ ਤੋਸ਼ੀ ਕਰੁਣਾ ਦੀ ਕੀ ਲੱਗਦੀ ਸੀ? ਤਾਂ ਉਸਦੀ ਪੱਕੀ ਦੋਸਤ ਸੀ। ਤੋਸ਼ੀ ਕਰੁਣਾ ਦੇ ਘਰ ਕਿਸ ਨਾਲ ਆਈ ਸੀ? ਤਾਂ ਕਰੁਣਾ ਦੇ ਘਰ ਉਹ ਇੱਕ ਡਰਾਈਵਰ ਨਾਲ ਆਈ ਸੀ। ਅੱਗੇ ਹੈ, ਤੋਸ਼ੀ ਤੇ ਕਰੁਣਾ ਨੇ ਕੀ ਪੀਤਾ? ਤਾਂ ਦੋਨਾਂ ਨੇ, ਜਦੋਂ ਡਰਾਈਵਰ ਉਹਨੂੰ ਘਰ ਛੱਡ ਜਾਂਦਾ ਤਾਂ ਦੋਨੇ ਆਪਸ ਵਿੱਚ ਹੀ ਗੱਲਾਂ ਕਰਦੀਆਂ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਕੀ ਕਰਦੀਆਂ ਨੇ, ਕੌਫੀ ਪੀਂਦੀਆਂ ਨੇ। ਤਾਂ ਕੁਐਸਚਨ ਕੀ ਬਣਦਾ, ਤੋਸ਼ੀ ਅਤੇ ਕਰੁਣਾ ਨੇ ਕੀ ਪੀਤਾ? ਤਾਂ ਉਹਨਾਂ ਨੇ ਕੌਫੀ ਪੀਤੀ ਸੀ। ਕੌਫੀ ਕਿਸ ਨੇ ਬਣਾਈ ਸੀ? ਕੌਫੀ ਕਿਸ ਤੇ ਬਣਾਈ ਗਈ ਸੀ, ਮਤਲਬ ਕਿ ਗੈਸ ਤੇ ਬਣਾਈ ਗਈ ਸੀ ਜਾਂ ਕਿਸ ਤਰੀਕੇ ਨਾਲ ਬਣਾਈ ਗਈ ਸੀ? ਤਾਂ ਕੌਫੀ ਇਲੈਕਟ੍ਰਿਕ ਕੈਟਲ ਨਾਲ ਬਣਾਈ ਗਈ ਸੀ। ਅੱਗੇ ਹੈ, ਵਕੀਲ ਨੇ ਕਰੁਣਾ ਨੂੰ ਕੀ ਕਿਹਾ ਕਿ ਬੱਚਾ ਕਿਸ ਕੋਲ ਜਾਵੇਗਾ? ਇਹ ਜੱਜ ਦੀ ਮਰਜ਼ੀ ਹੈ। ਤਾਂ ਲੀਨੂ ਨੂੰ ਪ੍ਰਾਪਤ ਕਰਨ ਲਈ ਪਤੀ ਨੇ ਕਿੰਨੇ ਸਾਲਾਂ ਬਾਅਦ ਕੇਸ ਲਾਇਆ ਸੀ? ਤਕਰੀਬਨ 2.5 ਸਾਲਾਂ ਬਾਅਦ। ਅੱਛਾ, ਹੁਣ ਇਸ ਤੋਂ ਪਹਿਲਾਂ ਇਹ ਸਟੋਰੀ ਇੱਦਾਂ ਹੀ ਸੀਗੀ ਕਿ ਕਰੁਣਾ ਤੇ ਉਸਦਾ ਪਤੀ ਆਨੰਦ ਤੇ ਉਸਦੀ ਬੇਟੀ ਹੈ ਲੀਨੂ, ਇਹਨਾਂ ਤਿੰਨਾਂ ਦੁਆਲੇ ਜਿਹੜੀ ਹੈਗੀ ਹੈ ਪੂਰੀ ਕਹਾਣੀ ਘੁੰਮਦੀ ਹੈ। ਸੂਲੀ ਉੱਤੇ ਲਟਕੇ ਪਲ, ਉਸ ਮਾਂ ਦੀ, ਕਰੁਣਾ ਦੀ ਗੱਲ ਕੀਤੀ ਹੈ ਕਿ ਕਿਸ ਤਰੀਕੇ ਨਾਲ ਜੱਜ ਦਾ ਜੋ ਫੈਸਲਾ ਆਉਣਾ ਹੈ ਉਸ ਤੋਂ ਪਹਿਲਾਂ ਨੂੰ ਜੋ ਉਹਦਾ ਸਮਾਂ ਹੁੰਦਾ ਹੈ ਤਾਂ ਉਸਨੂੰ ਇੱਕ ਤਰੀਕੇ ਨਾਲ ਇਸ ਤਰੀਕੇ ਨਾਲ ਪ੍ਰਤੀਤ ਹੁੰਦਾ ਜਿਸ ਤਰੀਕੇ ਨਾਲ ਉਹ ਇੱਕ ਸੂਲੀ ਤੇ ਲਟਕ ਰਹੀ ਹੋਵੇ। ਤੇ ਕਰੁਣਾ, ਲੀਨੂ ਅਤੇ ਆਨੰਦ ਤਿੰਨੋਂ ਫੈਮਿਲੀ ਮੈਂਬਰ ਹੈ। ਉਹਨਾਂ ਦੇ ਵਿੱਚ ਪਹਿਲਾਂ ਡਿਵੋਰਸ ਹੋ ਚੁੱਕਿਆ ਤੇ ਪਰ ਅੱਜ ਗੱਲ ਚੱਲ ਰਹੀ ਹੈ ਕਿ ਉਹ ਜਿਹੜੀ ਬੇਟੀ ਹੈ ਉਹਨਾਂ ਦੀ ਲੀਨੂ, ਉਹ ਅਖੀਰ ਦੇ ਸਮੇਂ ਕਿਸ ਕੋਲ ਰਵੇਗੀ? ਮਾਂ ਕੋਲ ਜਾਵੇਗੀ ਜਾਂ ਪਿਤਾ ਕੋਲ ਜਾਵੇਗੀ? ਤਾਂ ਉਸਦਾ ਫਾਦਰ ਹੈ ਜੋ ਉਸਨੂੰ, ਲੀਨੂ ਦਾ, ਜੋ ਉਸਨੂੰ ਆਪਣੀ ਕਸਟਡੀ ਵਿੱਚ ਲੈਣਾ ਚਾਹੁੰਦਾ ਹੈ ਤਾਂ ਇਸ ਤਰੀਕੇ ਨਾਲ ਉਹ ਕੇਸ ਲਾਉਂਦਾ ਹੈ। ਪਰ ਲੀਨੂ ਦੀ ਮਾਂ ਜਿਹੜੀ ਹੈਗੀ ਹੈ ਕਰੁਣਾ, ਉਸਨੂੰ ਬਹੁਤ ਫਿਕਰ ਹੁੰਦੀ ਹੈ ਕਿ ਉਸਦੇ ਪਤੀ ਨੇ ਕਦੇ ਉਸਦੇ ਹੁੰਦਿਆਂ, ਉਸਦੀ ਪ੍ਰੈਜ਼ੈਂਸ ਦੇ ਵਿੱਚ ਕਦੇ ਆਪਣੀ ਬੇਟੀ ਦਾ ਖਿਆਲ ਨਹੀਂ ਰੱਖਿਆ ਤੇ ਜੇ ਉਹ ਬੇਟੀ ਉਸਦੇ ਕੋਲ ਚਲੀ ਜਾਵੇਗੀ ਤਾਂ ਉਹ ਉਸਨੂੰ ਕਿਸ ਤਰੀਕੇ ਨਾਲ ਰੱਖੇਗਾ? ਤਾਂ ਇਹ ਗੱਲਾਂ ਇਹ ਸਾਰੀਆਂ ਚੀਜ਼ਾਂ, ਆਪਣੀ ਜਿਹੜੀ ਫਿਕਰ ਹੈ ਉਹ ਜਦੋਂ ਉਸਦੀ ਸਹੇਲੀ ਤੋਸ਼ੀ ਆਉਂਦੀ ਹੈ ਤਾਂ ਉਸਦੇ ਨਾਲ ਉਹ ਸਾਰੀ ਚੀਜ਼ਾਂ ਡਿਸਕਸ ਕਰਦੀ ਹੈ ਕਿ ਮੇਰੇ ਪਤੀ ਨੇ ਅੱਜ ਤੱਕ ਮੇਰੇ ਹੁੰਦਿਆਂ ਮੇਰੀ ਬੱਚੀ ਨਾਲ ਕਦੇ ਮੋਹ ਨਹੀਂ ਕੀਤਾ, ਤਾਂ ਉਹ ਮੇਰੇ ਤੋਂ ਮਗਰੋਂ ਅਗਰ ਜੇ ਜੱਜ ਨੇ ਇਸ ਨੂੰ ਕਸਟਡੀ ਵਿੱਚ ਉਹਦੀ ਕਸਟਡੀ ਦੇ ਦਿੱਤੀ ਤਾਂ ਫਿਰ ਇਹ ਬੱਚੀ ਜਿਹੜੀ ਹੈਗੀ ਉਹ ਕਿਸ ਤਰੀਕੇ ਨਾਲ ਰਵੇਗੀ? ਇਸ ਲਈ ਉਹ ਪੂਰੀ ਫਿਕਰਮੰਦ ਹੁੰਦੀ ਹੈ। ਤੇ ਜੋ ਉਹ ਐਤਵਾਰ ਦਾ ਦਿਨ ਹੁੰਦਾ, ਕਿਉਂਕਿ ਅਗਲੇ ਦਿਨ ਸੋਮਵਾਰ ਇਹ ਫੈਸਲਾ ਆਉਣਾ ਹੁੰਦਾ ਜੱਜ ਦਾ, ਤਾਂ ਉਹਨਾਂ ਦੀ ਕੇਸ ਦੀ ਤਰੀਕ ਹੁੰਦੀ ਹੈ। ਤਾਂ ਜਿਹੜਾ ਸੰਡੇ ਹੈ ਉਹ ਪੂਰਾ ਉਹ ਆਪਣੀ ਬੇਟੀ ਨਾਲ ਸਪੈਂਡ ਕਰਦੀ ਹੈ। ਜਿੱਥੇ ਬੇਟੀ ਕਹਿੰਦੀ ਹੈ ਕਿ ਮੈਂ ਇੱਥੇ ਜਾਣਾ, ਇਹ ਖਾਣਾ, ਉਹ ਖਾਣਾ, ਤਾਂ ਉਸਦੀ ਹਰ ਇੱਕ ਇੱਛਾ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿਉਂਕਿ ਉਸਨੂੰ ਲੱਗਦਾ ਹੈ ਕਿ ਪਤਾ ਨਹੀਂ ਕੱਲ੍ਹ ਇਹ ਉਸਦੀ ਬੇਟੀ ਉਸਦੇ ਕੋਲ ਰਵੇਗੀ ਕਿ ਨਹੀਂ ਰਵੇਗੀ। ਅੱਛਾ, ਇਸਦੇ ਅੱਗੇ ਸਬਜੈਕਟਿਵ ਟਾਈਪ ਕੁਐਸਚਨ ਜਿਹੜੇ ਬਣਦੇ ਆ ਉਹ ਹੈ ਕਿ ਸੂਲੀ ਉੱਤੇ ਲਟਕੇ ਪਲ ਦਾ ਸਿਰਲੇਖ ਢੁਕਵਾਂ ਹੈ ਜਾਂ ਨਹੀਂ? ਤਾਂ ਇਸ ਦੇ ਅਕੋਰਡਿੰਗ ਕੀ ਬਣਦਾ ਹੈ ਕਿ ਸੂਲੀ ਉੱਤੇ ਲਟਕੇ ਪਲ ਦਾ ਜਿਹੜਾ ਸਿਰਲੇਖ ਹੈ ਉਹ ਬਿਲਕੁਲ ਹੀ ਢੁਕਵਾਂ ਹੈ ਕਿਉਂਕਿ ਜੋ ਕਰੁਣਾ ਹੈ, ਕਰੁਣਾ ਲਈ ਜੋ ਇੱਕ ਐਤਵਾਰ ਦਾ ਦਿਨ ਹੈ ਉਹ ਛੁੱਟੀ ਦਾ ਦਿਨ ਹੁੰਦਾ ਹੈ, ਰਿਲੈਕਸ ਦਾ ਦਿਨ ਹੁੰਦਾ ਹੈ, ਪਰ ਉਹ ਇੱਕ ਜਿਹੜਾ ਦਿਨ ਹੁੰਦਾ ਹੈ ਉਹ ਇੱਕ ਕੇਸ ਦੇ ਸੁਣਵਾਈ ਦੀ ਵਜ੍ਹਾ ਕਰਕੇ ਪੂਰੇ ਦਾ ਪੂਰਾ ਦਿਨ ਉਸਦਾ ਖਰਾਬ ਹੁੰਦਾ ਤੇ ਉਸਨੂੰ ਇਸ ਤਰੀਕੇ ਨਾਲ ਲੱਗਦਾ ਹੁੰਦਾ ਕਿ ਅੱਜ ਜਿਸ ਤਰੀਕੇ ਨਾਲ ਉਹ ਪੂਰਾ ਤਰ੍ਹਾਂ ਸੂਲੀ ਉੱਤੇ ਲਟਕ ਰਹੀ ਹੋਵੇ। ਤਾਂ ਇਹ ਜਿਹੜੀ ਉਸਦੀ ਮਾਨਸਿਕ ਸਥਿਤੀ ਨੂੰ ਬਿਆਨ ਕਰਦਾ, ਤਾਂ ਜਿਹੜਾ ਇਸ ਮਾਨਸਿਕਤਾ ਨੂੰ ਬਿਆਨ ਕਰਦਾ ਹੋਇਆ ਇਹ ਜਿਹੜਾ ਸਿਰਲੇਖ ਹੈ ਸੂਲੀ ਉੱਤੇ ਲਟਕੇ ਪਲ, ਇਹ ਬਿਲਕੁਲ ਹੀ ਢੁਕਵਾਂ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਕਿ ਕਰੁਣਾ ਦਾ ਚਿਤਰਨ ਕਰਨ ਦੀ। ਤਾਂ ਇਸ ਦੇ ਵਿੱਚ ਤੁਸੀਂ ਅਗਰ ਉਸਦਾ ਇਹ ਪਾਰਟ ਹੈ ਤਾਂ ਉਸ ਦੇ ਵਿੱਚ ਤੁਸੀਂ ਕੋਸ਼ਿਸ਼ ਕਰੋ ਕਿ ਇਹਨਾਂ ਨੂੰ ਪੁਆਇੰਟ ਬਣਾ ਕੇ ਇਹਨੂੰ ਐਕਸਪਲੇਨ ਕਰੋ ਕਿਉਂਕਿ ਜਦੋਂ ਤੁਸੀਂ ਪੈਰੇ ਦੇ ਵਿੱਚ ਕਰਦੇ ਹੋ ਤਾਂ ਪੈਰੇ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਰਹਿ ਜਾਂਦੀਆਂ ਤੇ ਆਪਾਂ ਨੂੰ ਯਾਦ ਵੀ ਨਹੀਂ ਰਹਿੰਦੀਆਂ। ਅਗਰ ਆਪਣੇ ਪੁਆਇੰਟ ਬਣਾਏ ਹੋਣਗੇ ਤਾਂ ਪੁਆਇੰਟ ਬਾਏ ਪੁਆਇੰਟ ਹੀ ਇਹਨਾਂ ਚੀਜ਼ਾਂ ਨੂੰ ਤੁਸੀਂ ਜ਼ਿਆਦਾ ਐਲੈਬੋਰੇਟ ਕਰ ਸਕਦੇ ਹੋ। ਤਾਂ ਪਹਿਲਾਂ ਤੁਸੀਂ ਥੋੜ੍ਹਾ ਜਿਹਾ ਕਹਾਣੀ ਬਾਰੇ ਚਰਚਾ ਕਰੋਗੇ ਕਿ ਕਰੁਣਾ ਜਿਹੜੀ ਹੈਗੀ ਕਿਸ ਤਰੀਕੇ ਦੀ ਮਾਂ ਹੈ। ਉਸ ਤੋਂ ਬਾਅਦ ਉਹਦੇ ਪੁਆਇੰਟ ਬਣ ਸਕਦੇ ਆ ਜਿਸ ਤਰੀਕੇ ਨਾਲ ਆਪਣੀ ਬੱਚੀ ਨੂੰ ਪਿਆਰ ਕਰਨ ਵਾਲੀ, ਬੱਚੀ ਲਈ ਫਿਕਰਮੰਦ, ਪਤੀ ਤੋਂ ਦੁਖੀ ਅਤੇ ਮਾਨਸਿਕ ਦੁਵਿਧਾ ਦਾ ਸ਼ਿਕਾਰ ਹੋ ਗਈ ਅਤੇ ਆਪਣੀ ਜਿਹੜੀਆਂ ਹੈਗੀਆਂ ਧਾਰਮਿਕ ਬਿਰਤੀ ਵਾਲੀ ਕਹਿ ਸਕਦੇ ਹੋ ਤੁਸੀਂ ਕਿਉਂਕਿ ਉਹ ਕਿਸੇ ਤਰੀਕੇ ਦਾ ਕੋਈ ਕਰਮ ਨਹੀਂ ਕਰਦੀ, ਕਿਸੇ ਨੂੰ ਦੁਖੀ ਨਹੀਂ ਕਰਦੀ। ਅਤੇ ਇੱਕ ਚੰਗੀ ਦੋਸਤ ਕਿਉਂਕਿ ਉਹ ਤੋਸ਼ੀ ਦੇ ਨਾਲ ਇੱਕ ਚੰਗੀ ਫਰੈਂਡ ਹੁੰਦੀ ਹੈ ਅਤੇ ਉਹਦੇ ਨਾਲ ਆਪਣੀਆਂ ਗੱਲਾਂ ਸਾਰੀਆਂ ਸਾਂਝੀਆਂ ਕਰਦੀ ਹੈ। ਅਤੇ ਇੱਕ ਪਰੇਸ਼ਾਨ, ਮਾਨਸਿਕ ਤੌਰ 'ਤੇ ਪਰੇਸ਼ਾਨ ਕਹਿ ਸਕਦੇ ਹਾਂ ਕਿਉਂਕਿ ਜਿਹੜਾ ਉਹਦਾ ਸਮਾਂ ਹੁੰਦਾ ਹੈ ਕੇਸ ਦਾ
ਤੇ ਉਸ ਸਾਰੇ ਸਮੇਂ ਦੇ ਵਿੱਚ ਉਹ ਬਹੁਤ ਹੀ ਪਰੇਸ਼ਾਨ ਹੁੰਦੀ ਹੈ। ਤੇ ਇੱਕ ਦੁਖੀ ਇਸਤਰੀ ਇਹ ਹੁੰਦੀ ਕਿ ਪਤੀ ਵੱਲੋਂ ਦੁਖੀ ਕੀਤੀ ਗਈ ਹੁੰਦੀ ਹੈ, ਤੇ ਪਲੱਸ ਕੀ ਆ ਕਿ ਉਸਨੂੰ ਜੋ ਉਸਦੀ ਬੱਚੀ ਨਾਲ ਸਮਾਂ ਸਪੈਂਡ ਕਰ ਰਹੀ ਹੁੰਦੀ ਹੈ ਤਾਂ ਉਹ ਵੀ ਉਸਦੇ ਲਈ ਨਸੀਬ ਵਿੱਚ ਨਹੀਂ ਹੈ ਜਾਂ ਨਹੀਂ, ਇਸ ਨੂੰ ਪੂਰਾ ਉਹਨੂੰ ਪਤਾ ਨਹੀਂ ਹੁੰਦਾ। ਇਸ ਤਰੀਕੇ ਨਾਲ ਉਹ ਫਿਕਰਮੰਦ ਹੁੰਦੀ ਹੈ ਤੇ ਦੁਖੀ ਹੁੰਦੀ ਹੈ। ਅੱਗੇ ਹੈ ਧੀ ਨੂੰ ਪਿਆਰ ਕਰਨ ਵਾਲੀ। ਤਾਂ ਉਹ ਤੁਹਾਨੂੰ ਕਲੀਅਰ ਹੀ ਹੈ ਕਿ ਉਹ ਆਪਣੀ ਬੱਚੀ ਨੂੰ ਬਹੁਤ ਪਿਆਰ ਕਰਦੀ ਹੈ ਤੇ ਆਪਣੀ ਬੇਟੀ ਬੱਚੇ ਦੀਆਂ ਇੱਛਾਵਾਂ ਪੂਰੀਆਂ ਕਰਨ ਵਾਲੀ। ਤਾਂ ਸੰਡੇ ਦਾ ਦਿਨ ਹੁੰਦਾ ਤਾਂ ਪੂਰੀਆਂ ਉਸਦੀਆਂ ਜੋ ਵੀ ਇੱਛਾਵਾਂ ਹੁੰਦੀਆਂ ਨੇ ਉਸ ਨੂੰ ਪੂਰਾ ਕਰਦੀ ਹੈ। ਪਲੱਸ ਕਿ ਆਪਣੀ ਬੱਚੀ ਲਈ ਫਿਕਰਮੰਦ ਹੁੰਦੀ ਹੈ। ਜਦੋਂ ਉਸਨੂੰ ਰਾਤ ਨੂੰ ਠੰਡ ਲੱਗਦੀ ਹੈ ਤਾਂ ਉਹ ਉਸਨੂੰ ਆਪਣੀ ਰਜਾਈ, ਉਸ ਬੱਚੀ ਬਿਨਾਂ ਰਜਾਈ ਤੋਂ ਪਈ ਹੁੰਦੀ ਹੈ, ਬਿਨਾਂ ਕੰਬਲ ਤੋਂ ਪਈ ਹੁੰਦੀ ਹੈ, ਤਾਂ ਉਹ ਆਪਣੀ ਦੋਸਤ ਦੇ ਕੋਲੋਂ ਉੱਠ ਕੇ ਉਸਨੂੰ ਉਹ ਕੰਬਲ ਜਾਂ ਰਜਾਈ ਦੇ ਕੇ ਆਉਂਦੀ ਹੈ। ਤਾਂ ਇਸ ਲਈ ਸਾਬਿਤ ਹੁੰਦਾ ਹੈ ਕਿ ਉਹ ਆਪਣੀ ਬੱਚੀ ਲਈ ਬਹੁਤ ਜ਼ਿਆਦਾ ਫਿਕਰ ਹੈ ਤੇ ਬੱਚੀ ਦੇ ਭਵਿੱਖ ਲਈ ਫਿਕਰਮੰਦ ਕਹਿ ਸਕਦੇ ਹਾਂ ਕਿ ਉਸਨੂੰ ਫਿਕਰ ਹੁੰਦੀ ਹੈ ਕਿ ਉਹ ਉਸਦਾ ਪਤੀ ਉਸਨੂੰ ਕਦੇ ਸਾਂਭੇਗਾ ਕਿ ਨਹੀਂ ਸਾਂਭੇਗਾ, ਕਿਉਂਕਿ ਉਸਦੀ ਪ੍ਰੈਜ਼ੈਂਸ ਦੇ ਵਿੱਚ ਉਸਨੇ ਕਦੇ ਵੀ ਪਿਆਰ ਨਹੀਂ ਕੀਤਾ। ਤਾਂ ਕਰਕੇ ਉਹ ਬੱਚੀ ਦੇ ਭਵਿੱਖ ਲਈ ਵੀ ਬਹੁਤ ਹੀ ਫਿਕਰਮੰਦ ਹੁੰਦੀ ਹੈ। ਇਸ ਤਰੀਕੇ ਨਾਲ ਕਾਫੀ ਸਾਰੇ ਪੁਆਇੰਟ ਬਣ ਜਾਣਗੇ। ਤੇ ਅੱਗੇ ਹੈ ਕਿ ਇਹ ਜਿਹੜੀ ਸੂਲੀ ਉੱਤੇ ਲੜਕੇ ਪਲ ਕਹਾਣੀ ਕਿਸ ਸਮੱਸਿਆ ਨੂੰ ਪੇਸ਼ ਕਰਦੀ ਹੈ, ਤਾਂ ਇਸ ਦੇ ਵਿੱਚ ਹੈ ਔਲਾਦ ਦੇ ਦੁੱਖ ਨੂੰ ਪੇਸ਼ ਕਰਦੀ ਹੈ। ਪਤੀ ਪਤਨੀ ਦੇ ਲੜਾਈ ਦੇ ਵਿੱਚ ਜੋ ਇੱਕ ਔਰਤ ਨੂੰ ਸੰਤਾਪ ਭੋਗਣਾ ਪੈਂਦਾ ਹੈ ਉਸ ਦੀ ਗੱਲ ਕਰਦੀ ਹੈ, ਤੇ ਉਸ ਦੇ ਸੰਤਾਪ ਦੇ ਨਾਲ ਬੱਚਿਆਂ ਦੀ ਜੋ ਦੁਰਦਸ਼ਾ ਹੁੰਦੀ ਹੈ ਉਸ ਦੀ ਗੱਲ ਕਰਦੀ ਹੈ। ਕਿਸ ਤਰੀਕੇ ਨਾਲ ਇੱਕ ਜੋ ਫੈਸਲਾ ਕਰਨ ਵਾਲਾ ਹੈ ਉਹ ਵੀ ਅੱਗੇ ਦੱਸਦੀ ਹੈ ਕਿ ਇੱਕ ਮਰਦ ਪ੍ਰਧਾਨ ਸਮਾਜ ਦੀ ਗੱਲ ਕਰਦੀ ਹੈ ਕਿ ਜੋ ਉਸਨੂੰ ਕਰੁਣਾ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਜੋ ਜੱਜ ਹੈ ਉਹ ਇੱਕ ਮਰਦ ਹੈ, ਉਹ ਪਤਾ ਨਹੀਂ ਇੱਕ ਔਰਤ ਦੀਆਂ ਫੀਲਿੰਗ ਨੂੰ ਸਮਝੇਗਾ ਕਿ ਨਹੀਂ ਸਮਝੇਗਾ, ਉਹ ਕਿਸ ਤਰੀਕੇ ਦਾ ਫੈਸਲਾ ਸੁਣਾਵੇਗਾ। ਇਸ ਪ੍ਰਤੀ ਜਿਹੜੀ ਹੈਗੀ ਇਹ ਇੱਕ ਮਾਨਸਿਕ ਦੁਬਿਧਾ ਵਾਲੀ ਜਿਹੜੀ ਸਥਿਤੀ ਤੇ ਮਰਦ ਪ੍ਰਧਾਨ ਸਮਾਜ ਦੀ ਸਥਿਤੀ ਨੂੰ ਬਿਆਨ ਕਰਦੀ ਹੈ। ਤੇ ਕਰੁਣਾ ਨੂੰ ਕਿਸ ਮਾਨਸਿਕ ਸੰਕਟ ਵਿੱਚੋਂ ਲੰਘਣਾ ਪੈਂਦਾ ਹੈ, ਅਗਲਾ ਕੁਐਸਚਨ ਹੈ, ਕਿਉਂਕਿ ਉਸਨੂੰ ਆਪਣੀ ਬੱਚੀ ਦਾ ਮੋਹ ਜਿਹੜਾ ਹੈਗਾ ਉਹ ਲੈ ਬੈਠਦਾ ਤੇ ਉਹ ਨਹੀਂ ਚਾਹੁੰਦੀ ਕਿ ਉਸਦੀ ਧੀ ਜਿਹੜੀ ਹੈਗੀ ਆ ਉਹ ਉਸਦੇ ਪਤੀ ਕੋਲ ਜਾਵੇ, ਕਿਉਂਕਿ ਉਹ ਉਸਦੇ ਭਵਿੱਖ ਲਈ ਬਹੁਤ ਹੀ ਫਿਕਰਮੰਦ ਹੁੰਦੀ ਹੈ। ਤੇ ਤੋਸ਼ੀ ਜਿਹੜੀ ਹੈਗੀ ਆ ਉਹ ਵੀ ਉਸਦੀ ਬੱਚੀ ਲਈ ਫਿਕਰਮੰਦ ਹੁੰਦੀ ਆ ਤੇ ਉਸਦੇ ਜੋ ਕੇਸ ਹੈ ਉਸਦੇ ਲਈ ਫਿਕਰਮੰਦ ਹੁੰਦੀ, ਕਿਉਂਕਿ ਉਹ ਆਪਣਾ ਘਰ ਛੱਡ ਕੇ ਉਸਨੂੰ ਹੌਸਲਾ ਦੇਣ ਲਈ ਆਉਂਦੀ ਹੈ। ਤੇ ਇੱਥੇ ਹੀ ਜਿਹੜਾ ਆਪਣਾ ਜਿਹੜਾ ਚੈਪਟਰ ਹੈ ਸੂਲੀ ਉੱਤੇ ਲੜਕੇ ਪਲ ਉਹ ਪੂਰਾ ਹੁੰਦਾ ਹੈ। ਤੇ ਇਸ ਤੋਂ ਬਾਅਦ ਆਪਾਂ ਅਗਲਾ ਚੈਪਟਰ ਲੈ ਕੇ ਕੱਲ ਕਰਾਂਗੇ। ਤੇ ਇਸ ਨੂੰ ਤੁਸੀਂ ਤਕਰੀਬਨ ਧਿਆਨ ਨਾਲ ਜਿਹੜੇ ਜਿੰਨੇ ਵੀ ਸ਼ਾਰਟ ਕੁਐਸਚਨ ਨੇ ਉਹਨਾਂ ਨੂੰ ਨੋਟ ਕਰ ਲਿਓ ਤੇ ਸਮਾਂ ਕੱਢ ਕੇ ਇਸ ਨੂੰ ਚੈਪਟਰ ਨੂੰ ਪੂਰਾ ਕੰਪਲੀਟ ਪੜ੍ਹ ਲਿਓ। ਕੋਸ਼ਿਸ਼ ਮੈਂ ਕੀਤੀ ਹੈ ਕਿ ਇਸ ਦੇ ਵਿੱਚ ਜਿੰਨੇ ਵੀ ਤੁਹਾਨੂੰ ਸ਼ਾਰਟ ਕੁਐਸਚਨ ਆਬਜੈਕਟਿਵ ਟਾਈਪ ਆ ਸਕਦੇ ਆ ਤੇ ਉਹਨਾਂ ਨੂੰ ਬਣਾਉਣ ਦੀ ਮੇਰੀ ਇੱਕ ਉਪਰਾਲਾ ਸੀ। ਉਮੀਦ ਹੈ ਕਿ ਸਾਰਾ ਪੂਰਾ ਹੋ ਗਿਆ ਹੋਵੇਗਾ।